ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੋਲਿਟੀ ਦਾ ਪਾਰਟ 14 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਸੁਪਰੀਮ ਕੋਰਟ ਬਾਰੇ ਪੜ੍ਹਾਂਗੇ। ਸੁਪਰੀਮ ਕੋਰਟ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਫੈਕਟ ਨੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ, ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ 13 ਪਾਰਟ ਆਪਣੇ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਟੌਪਿਕ ਵਾਈਜ਼ ਵੀਡੀਓਜ਼ ਨੂੰ ਕਵਰ ਕੀਤਾ ਹੈ, ਜਿਨ੍ਹਾਂ ਦੇ ਵਿੱਚ ਆਪਾਂ ਸਿਟੀਜ਼ਨਸ਼ਿਪ ਤੋਂ ਲੈ ਕੇ ਫੰਡਾਮੈਂਟਲ ਰਾਈਟ, ਫੰਡਾਮੈਂਟਲ ਡਿਊਟੀਜ਼, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਉਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ, ਪੰਜਾਬ ਜੀ ਕੇ ਮਾਡਰਨ ਹਿਸਟਰੀ ਅਤੇ ਪੋਲਿਟੀ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਤਾਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਟੌਪਿਕ ਹੈ ਸੁਪਰੀਮ ਕੋਰਟ, ਬਹੁਤ ਇੰਪੋਰਟੈਂਟ ਹੈ। ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਹੈ ਅਕਸਰ ਹੀ ਆਪਾਂ ਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਅਤੇ ਅੱਗੇ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ। ਜੇਕਰ ਤੁਸੀਂ PS ਟੈਟ ਦੀ ਤਿਆਰੀ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਮੇਰੀਆਂ ਵੀਡੀਓਜ਼ ਤੁਹਾਨੂੰ ਬਹੁਤ ਫਾਇਦਾ ਦੇ ਸਕਦੀਆਂ ਨੇ। ਮਾਡਰਨ ਹਿਸਟਰੀ ਦਾ ਅਤੇ ਪੋਲਿਟੀ ਦਾ ਬੈਚ ਆਪਣਾ ਆਲਰੇਡੀ ਅਪਲੋਡ ਹੋ ਚੁੱਕਿਆ ਹੈ, ਅਤੇ ਜੋਗ੍ਰਾਫੀ ਦਾ ਬੈਚ ਤੁਹਾਡਾ 2-4 ਦਿਨਾਂ ਦੇ ਵਿੱਚ ਮੈਂ ਅਪਲੋਡ ਕਰ ਦੇਣਾ, ਅਤੇ CDP ਦੀਆਂ ਵੀਡੀਓਜ਼ ਵੀ ਬੈਕ ਟੂ ਬੈਕ ਤੁਹਾਡੇ ਤੱਕ ਪਹੁੰਚਣਗੀਆਂ। ਬਹੁਤ ਵਧੀਆ ਵਧੀਆ ਕੰਟੈਂਟ ਹੈ ਜਿਹੜਾ ਤੁਹਾਡੇ ਲਈ ਔਨ ਦੀ ਵੇ ਹੈ, ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਅੱਜ ਦਾ ਜਿਹੜਾ ਆਪਣਾ ਟੌਪਿਕ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਪਹਿਲੀ ਸਲਾਈਡ ਤੋਂ। ਪਹਿਲੀ ਸਲਾਈਡ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਕਿਸੇ ਵੀ ਟੌਪਿਕ ਦਾ ਓਵਰਵਿਊ ਲੈਂਦੇ ਹਾਂ, ਤਾਂ ਪਹਿਲੀ ਸਲਾਈਡ ਦੇਖ ਕੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ, ਵੀਡੀਓ ਨੂੰ ਐਂਡ ਤੱਕ ਦੇਖਿਓ, ਕਿਉਂਕਿ ਆਪਣੇ ਕੁਐਸਚਨ ਹੈ ਜਿਹੜੇ ਉਹ ਇਹ ਤੋਂ ਹਟ ਕੇ ਹੁੰਦੇ ਨੇ, ਉਹਦੇ ਵਿੱਚ ਆਪਾਂ ਪੂਰੀ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ। ਤਾਂ ਪਹਿਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਹੈ ਆਰਟੀਕਲ 124। ਤਾਂ ਜਿਹੜਾ ਸੁਪਰੀਮ ਕੋਰਟ ਦੇ ਨਾਲ ਰਿਲੇਟਡ ਤੁਹਾਨੂੰ ਪੁੱਛ ਲਿਆ ਜਾਂਦਾ ਕਿ ਕਿਹੜੇ ਆਰਟੀਕਲ ਦੇ ਵਿੱਚ ਇਹ ਲਿਖਿਆ ਕਿ ਆਪਣੇ ਇੰਡੀਆ ਦੀ ਇੱਕ ਸੁਪਰੀਮ ਕੋਰਟ ਹੋਵੇਗੀ, ਤਾਂ ਉਹ ਆਰਟੀਕਲ 124 ਦੇ ਵਿੱਚ ਲਿਖਿਆ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਤੁਹਾਨੂੰ ਪੁੱਛਿਆ ਜਾਂਦਾ ਉਹ ਹੈ ਰਿਟਾਇਰਮੈਂਟ ਏਜ। ਜਿਹੜੀ ਇਹਦੇ ਜੱਜਾਂ ਦੀ ਰਿਟਾਇਰਮੈਂਟ ਏਜ ਤੁਹਾਨੂੰ ਪੁੱਛ ਲਈ ਜਾਂਦੀ ਹੈ ਕਿ ਕਿੰਨੀ ਹੁੰਦੀ ਹੈ, ਤਾਂ ਉਹ ਹੁੰਦੀ ਹੈ 65 ਸਾਲ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਰੱਖਿਆ ਹੋਇਆ, ਇਹਦੇ ਵਿੱਚ ਕਿ ਟੋਟਲ ਜੱਜ ਕਿੰਨੇ ਹੁੰਦੇ ਨੇ ਸੁਪਰੀਮ ਕੋਰਟ ਦੇ ਵਿੱਚ, ਤਾਂ 34 ਜੱਜ ਹੁੰਦੇ ਨੇ, ਜਿਹਦੇ ਵਿੱਚ 33 ਜੱਜ ਪਲੱਸ ਇੱਕ ਚੀਫ ਜਸਟਿਸ ਆਫ ਇੰਡੀਆ ਹੁੰਦਾ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਮੈਂ ਇਹਦੇ ਵਿੱਚ ਪੁਆਇੰਟ ਰੱਖਿਆ ਕਿ ਆਪਣਾ ਪ੍ਰੈਜ਼ੈਂਟ ਜਿਹੜਾ ਚੀਫ ਜਸਟਿਸ ਆਫ ਇੰਡੀਆ ਉਹ ਕੌਣ ਹੈ, ਉਹ ਹੈ DY ਚੰਦਰਚੂੜ। ਤਾਂ ਜਿਹੜਾ ਇਸ ਤੋਂ ਪਹਿਲਾਂ ਵੀ ਕਈ ਵਾਰੀ ਪੁੱਛ ਲਿਆ ਜਾਂਦਾ ਕਿ ਇਹ ਆਪਣਾ ਜਿਹੜਾ DY ਚੰਦਰਚੂੜ ਹੈ ਇਹ ਆਪਣਾ 15th ਜਿਹੜਾ CJI ਹੈ, ਅਤੇ 49ਵਾਂ ਤੁਹਾਨੂੰ ਪੁੱਛ ਲਿਆ ਜਾਂਦਾ 49th CJI, ਉਹ ਹੈ UU ਲਲਿਤ, ਉਦੈ ਉਮੇਸ਼ ਲਲਿਤ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਤੁਹਾਡਾ ਪੁਆਇੰਟ ਹੈ ਉਹ ਹੈ ਕੁਆਲੀਫਿਕੇਸ਼ਨ। ਤੁਹਾਨੂੰ ਪੁੱਛ ਲਈ ਜਾਂਦੀ ਹੈ ਕਿ ਜੇਕਰ ਤੁਸੀਂ ਸੁਪਰੀਮ ਕੋਰਟ ਦਾ ਜੱਜ ਬਣਨਾ ਹੈ ਤਾਂ ਤੁਹਾਡੀ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਤਾਂ ਜਾਂ ਤਾਂ ਤੁਸੀਂ 10 ਸਾਲ ਐਜ਼ ਏ ਐਡਵੋਕੇਟ ਹਾਈ ਕੋਰਟ ਦਾ ਕੰਮ ਕੀਤਾ ਹੋਵੇ, ਜਾਂ ਤੁਸੀਂ 5 ਸਾਲ ਤੁਸੀਂ ਜੱਜ ਰਹੇ ਹੋ ਹਾਈ ਕੋਰਟ ਦੇ, ਤਾਂ ਤੁਸੀਂ ਸੁਪਰੀਮ ਕੋਰਟ ਦੇ ਜੱਜ ਬਣ ਸਕਦੇ ਹੋ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕੁਆਲੀਫਿਕੇਸ਼ਨ। ਲਾਸਟ ਜਿਹੜਾ ਮੈਂ ਇਹਦਾ ਪੁਆਇੰਟ ਰੱਖਿਆ ਉਹ ਹੈ ਗਾਰਜੀਅਨ ਆਫ ਫੰਡਾਮੈਂਟਲ ਰਾਈਟਸ। ਸੁਪਰੀਮ ਕੋਰਟ ਨੂੰ ਗਾਰਜੀਅਨ ਆਫ ਫੰਡਾਮੈਂਟਲ ਰਾਈਟਸ ਵੀ ਕਿਹਾ ਜਾਂਦਾ ਹੈ। ਆਰਟੀਕਲ 32 ਦੇ ਤਹਿਤ ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ। ਠੀਕ ਹੈ, ਜੇਕਰ ਆਪਣੇ ਫੰਡਾਮੈਂਟਲ ਰਾਈਟਸ ਨੂੰ ਕੋਈ ਵਾਇਲੇਟ ਕਰ ਰਿਹਾ ਤਾਂ ਆਪਾਂ ਉਹਦੇ ਤਹਿਤ ਆਰਟੀਕਲ 32 ਦੇ ਤਹਿਤ ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ। ਇਹਨੂੰ ਫੰਡਾਮੈਂਟਲ ਰਾਈਟਸ ਦਾ ਰਖਵਾਲਾ ਕਿਹਾ ਜਾਂਦਾ, ਗਾਰਜੀਅਨ ਕਿਹਾ ਜਾਂਦਾ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਸਟਾਰਟ ਕਰਦੇ ਅੱਜ ਦੇ ਪਹਿਲੇ ਕੁਐਸਚਨ ਤੋਂ। ਪਹਿਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਜੇਕਰ ਰਾਜ ਅਤੇ ਸਰਕਾਰ ਦੇ ਵਿਚਕਾਰ ਕੋਈ ਵਿਵਾਦ ਪੈਦਾ ਹੋ ਜਾਵੇ ਤਾਂ ਇਹ ਕੇਸ ਕਿਹੜੇ ਅਧਿਕਾਰ ਖੇਤਰ ਅਧੀਨ ਸੁਪਰੀਮ ਕੋਰਟ ਜਾਵੇਗਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, PPSC ਲੈਵਲ ਦਾ ਕੁਐਸਚਨ ਹੈ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਆਪਣੇ ਕੁਐਸਚਨ ਹੈ ਉਹ ਸਲਾਈਡ ਤੋਂ ਬਿਲਕੁਲ ਹਟ ਕੇ ਹੁੰਦੇ ਨੇ, ਤਾਂ ਕੁਐਸਚਨ ਨੂੰ ਇੱਕ ਕੁਐਸਚਨ ਤੁਸੀਂ ਐਂਡ ਤੱਕ ਕਵਰ ਕਰਿਆ ਕਰੋ। ਇਫ ਐਨੀ ਡਿਸਪਿਊਟ occur between state and government then this case will go to supreme court through which jurisdiction ਕਿਹਾ ਜਾਂਦਾ ਇਹਨੂੰ। ਠੀਕ ਹੈ, ਅਧਿਕਾਰ ਖੇਤਰ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਕਿਹੜੀ ਜੂਰਿਸਡਿਕਸ਼ਨ ਹੁੰਦੀ ਹੈ ਇਹ ਡਾਇਰੈਕਟ ਐਜ਼ ਇਟ ਇਜ਼ ਹੀ ਕੁਐਸਚਨ ਆਉਂਦਾ ਹੁੰਦਾ ਤੁਹਾਨੂੰ। ਓਰੀਜਨਲ ਜੂਰਿਸਡਿਕਸ਼ਨ, ਐਪੀਲੇਟ ਜਾਂ ਐਡਵਾਈਜ਼ਰੀ ਜੂਰਿਸਡਿਕਸ਼ਨ, ਜਾਂ ਆਲ ਆਫ ਦੀ ਅਬਵ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1, ਓਰੀਜਨਲ ਜੂਰਿਸਡਿਕਸ਼ਨ ਦੇ ਮਤਲਬ ਅਧੀਨ ਇਹ ਜਿਹੜਾ ਕੇਸ ਹੈ ਉਹ ਸੁਪਰੀਮ ਕੋਰਟ ਜਾਊਗਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਡਾਇਰੈਕਟ ਐਜ਼ ਇਟ ਇਜ਼ ਹੀ ਤੁਹਾਨੂੰ ਕੁਐਸਚਨ ਆਊਗਾ, ਇਹ ਪੱਕੀ ਤਰੀਕੇ ਨਾਲ ਤੁਸੀਂ ਯਾਦ ਕਰ ਲਿਓ। ਠੀਕ ਹੈ, ਨੋਟਸ ਆਪਣੇ ਨਾਲ ਨਾਲ ਬਣਾਉਂਦੇ ਰਹੋ, ਤਾਂ ਜੇ ਤੁਸੀਂ ਖੁਦ ਨੋਟਸ ਬਣਾਓਗੇ ਤਾਂ ਤੁਹਾਨੂੰ ਫਾਇਦਾ ਹੋਊਗਾ। ਦੂਸਰਾ ਜਿਹੜਾ ਆਪਣਾ ਕੁਐਸਚਨ ਹੈ ਕੀ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ। ਇਜ਼ ਪ੍ਰੈਜ਼ੀਡੈਂਟ ਟੇਕ ਐਡਵਾਈਸ ਫਰੋਮ ਸੁਪਰੀਮ ਕੋਰਟ, ਯੈਸ, ਨੋ, ਸਮਟਾਈਮ ਜਾਂ ਆਲ ਆਫ ਦੀ ਅਬਵ। ਠੀਕ ਹੈ, ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। PS ਟੈਟ ਦੀ ਤਿਆਰੀ ਦੇ ਲਈ ਵੀ ਆਪਣੀਆਂ ਇਹ ਵੀਡੀਓਜ਼ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ। ਠੀਕ ਹੈ, ਤਾਂ ਜੇਕਰ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਦੇਖਦੇ ਹੋ, ਵਧੀਆ ਸੀਰੀਜ਼ ਵਾਈਜ਼ ਦੇਖਦੇ ਹੋ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1, ਯੈਸ, ਲੈ ਸਕਦੇ ਜੀ। ਠੀਕ ਹੈ, ਇਹ ਆਪਾਂ ਪਿੱਛੇ ਵੀ ਕਰਕੇ ਗਏ ਜਿੰਨੀਆਂ ਵੀ ਵੀਡੀਓ ਆਪਾਂ ਇਹਦੇ ਨਾਲ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਸੀ,
ਤਾਂ ਆਰਟੀਕਲ 143 ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੰਵਿਧਾਨ ਦੀ ਵਿਆਖਿਆ ਕਰਨ ਦੀ ਆਖਰੀ ਸ਼ਕਤੀ ਕਿਸ ਦੇ ਕੋਲ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਅ ਫਾਈਨਲ ਅਥਾਰਟੀ ਟੂ ਇੰਟਰਪ੍ਰੀਟੇਸ਼ਨ ਦੀ ਕਨਸਟੀਟਿਊਸ਼ਨ। ਵਿਆਖਿਆ ਕਰਨ ਦਾ ਕੀ ਮਤਲਬ ਹੈ? ਮੰਨ ਲਓ ਕੋਈ ਫੰਡਾਮੈਂਟਲ ਰਾਈਟ ਹੈ, ਠੀਕ ਹੈ, ਤਾਂ ਜੇਕਰ ਕੋਈ ਬੰਦਾ ਉੱਥੇ ਕੇਸ ਲੈ ਕੇ ਚੱਲ ਗਿਆ ਕਿ ਮੇਰੇ ਫੰਡਾਮੈਂਟਲ ਰਾਈਟ ਵਾਇਲੇਟ ਹੋਏ ਆ, ਠੀਕ ਹੈ, ਤਾਂ ਸੁਪਰੀਮ ਕੋਰਟ ਚੈੱਕ ਕਰੂਗੀ, ਠੀਕ ਹੈ, ਕਿ ਇਹਦਾ ਫੰਡਾਮੈਂਟਲ ਰਾਈਟ ਵਾਇਲੇਟ ਹੋਇਆ ਜਾਂ ਨਹੀਂ ਹੋਇਆ। ਠੀਕ ਹੈ, ਵਿਆਖਿਆ ਕਰਨ ਦਾ ਮਤਲਬ ਇਹ ਹੈ ਕਿ ਇੰਟਰਪ੍ਰੇਟ ਜਿਹੜਾ ਕਰੂਗੀ ਉਹ ਆਪਾਂ ਨੂੰ ਸੁਪਰੀਮ ਕੋਰਟ ਸਹੀ ਤਰੀਕੇ ਨਾਲ ਉਹ ਕਰੂਗੀ। ਠੀਕ ਹੈ, ਉਹਦੇ ਕੋਲ ਇਹ ਅਧਿਕਾਰ ਹੈ ਕਿ ਉਹ ਆਪਾਂ ਨੂੰ ਦੱਸੂ ਕਿ ਹਾਂ ਇਹਦਾ ਫੰਡਾਮੈਂਟਲ ਰਾਈਟ ਹੋਇਆ ਵਾਇਲੇਟ ਜਾਂ ਨਹੀਂ ਹੋਇਆ। ਠੀਕ ਹੈ, ਜਾਂ ਹੋਰ ਵੀ ਕਈ ਕੇਸਾਂ ਦੇ ਵਿੱਚ ਜੇਕਰ ਸੰਵਿਧਾਨ ਦੀ ਵਿਆਖਿਆ ਕਰਵਾਉਣੀ ਹੈ, ਡਿਟੇਲ ਦੇ ਵਿੱਚ ਸੰਵਿਧਾਨ ਦੀ ਵਿਆਖਿਆ ਕਰਵਾਉਣੀ ਹੈ, ਤਾਂ ਉਹ ਅਧਿਕਾਰ ਕਿਹਦੇ ਕੋਲ ਹੈ? ਸੁਪਰੀਮ ਕੋਰਟ ਦੇ ਕੋਲ ਹੈ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਤੁਹਾਨੂੰ ਆਨਸਰ ਆਲਰੇਡੀ ਦੱਸ ਗਿਆ। ਠੀਕ ਹੈ, ਇਹਦਾ ਆਨਸਰ ਨੰਬਰ 4 ਆਉਣਾ ਸੁਪਰੀਮ ਕੋਰਟ। ਠੀਕ ਹੈ, ਸੰਵਿਧਾਨ ਦੀ ਵਿਆਖਿਆ ਕਰਨ ਦੀ ਜਿਹੜੀ ਆਖਰੀ ਸ਼ਕਤੀ ਹੈ ਉਹ ਸੁਪਰੀਮ ਕੋਰਟ ਦੇ ਕੋਲ ਹੈ। ਇੰਟਰਪ੍ਰੇਟ ਜਿਹੜੀ ਕਰ ਸਕਦੀ ਹੈ ਕਨਸਟੀਟਿਊਸ਼ਨ ਨੂੰ, ਉਹ ਸੁਪਰੀਮ ਕੋਰਟ ਕਰ ਸਕਦੀ ਹੈ, ਕਿਉਂਕਿ ਇਹਨੂੰ ਗਾਰਜੀਅਨ ਆਫ ਫੰਡਾਮੈਂਟਲ ਰਾਈਟ ਕਿਹਾ ਜਾਂਦਾ। ਠੀਕ ਹੈ, ਕਨਸਟੀਟਿਊਸ਼ਨ ਦਾ ਰਖਵਾਲਾ ਵੀ ਇਹਨੂੰ ਕਿਹਾ ਜਾਂਦਾ। ਠੀਕ ਹੈ, ਤਾਂ ਸੁਪਰੀਮ ਕੋਰਟ। ਅਗਲਾ ਜਿਹੜਾ ਆਪਣਾ ਕੁਐਸਚਨ ਆ, ਜੇਕਰ ਸਾਡੇ ਮੌਲਿਕ ਅਧਿਕਾਰਾਂ ਦਾ ਉਲੰਘਣ ਹੁੰਦਾ ਤਾਂ ਅਸੀਂ ਕਿਸ ਅਨੁਛੇਦ ਦੇ ਤਹਿਤ ਸੁਪਰੀਮ ਕੋਰਟ ਜਾ ਸਕਦੇ ਹਾਂ? ਜੇਕਰ ਆਪਣੇ ਜਿਹੜੇ ਇਫ ਆਵਰ ਫੰਡਾਮੈਂਟਲ ਰਾਈਟਸ ਆਰ ਵਾਇਲੇਟ ਅੰਡਰ ਵਿਚ ਆਰਟੀਕਲ ਵੀ ਵਿਲ ਗੋ ਟੂ ਸੁਪਰੀਮ ਕੋਰਟ। 226, ਆਰਟੀਕਲ 368, ਆਰਟੀਕਲ 32 ਜਾਂ ਆਰਟੀਕਲ 17। ਆਰਟੀਕਲ 226 ਜਿਹੜਾ ਆਪਣਾ ਰਿਲੇਟਡ ਹੈ ਉਹ ਹੈ ਹਾਈ ਕੋਰਟ ਦੇ ਨਾਲ ਰਿਲੇਟਡ। ਜੇਕਰ ਆਪਣੇ ਫੰਡਾਮੈਂਟਲ ਰਾਈਟ ਵਾਇਲੇਟ ਹੁੰਦੇ ਨੇ ਤਾਂ ਆਰਟੀਕਲ 226 ਦੇ ਤਹਿਤ ਆਪਾਂ ਕਿੱਥੇ ਜਾ ਸਕਦੇ ਹਾਂ? ਹਾਈ ਕੋਰਟ ਜਾ ਸਕਦੇ ਹਾਂ। ਠੀਕ ਹੈ, ਨਾਲ ਜੋ ਮੈਂ ਬੋਲ ਰਿਹਾ ਤੁਸੀਂ ਉਹ ਲਿਖ ਲਿਆ ਕਰੋ ਆਪਣੇ ਨੋਟਸ ਜੇ ਬਣਾ ਰਹੇ ਹੋ ਤਾਂ ਆਰਟੀਕਲ 226 ਦੇ ਤਹਿਤ ਆਪਾਂ ਹਾਈ ਕੋਰਟ ਜਾ ਸਕਦੇ ਹਾਂ। ਆਰਟੀਕਲ 368 ਹੈ ਜਿਹੜਾ, ਇਹ ਆਪਣਾ ਕਾਹਦੇ ਨਾਲ ਰਿਲੇਟਡ ਹੈ? ਜੇਕਰ ਆਪਾਂ ਕੋਈ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਕੋਈ ਸੋਧ ਕਰਨੀ ਹੈ, ਕੋਈ ਅਮੈਂਡਮੈਂਟ ਕਰਨੀ ਹੈ, ਤਾਂ ਆਰਟੀਕਲ 368 ਦੇ ਤਹਿਤ ਆਪਾਂ ਕਰ ਸਕਦੇ ਹਾਂ। ਆਰਟੀਕਲ 32 ਇਹਦਾ ਆਨਸਰ ਹੈ। ਠੀਕ ਹੈ, ਜੇ ਤੁਹਾਨੂੰ ਮੈਂ ਪਿੱਛੇ ਵੀ ਤੁਹਾਨੂੰ ਇਹ ਕਰਵਾ ਕੇ ਗਿਆ, ਪਿਛਲੀਆਂ ਜਿੰਨੀਆਂ ਵੀ ਆਪਣੀ ਵੀਡੀਓਜ਼ ਅਪਲੋਡ ਹੋਈਆਂ ਨੇ, ਤਾਂ ਆਰਟੀਕਲ 32 ਦੇ ਤਹਿਤ ਆਪਾਂ ਜਿਹੜਾ ਸੁਪਰੀਮ ਕੋਰਟ ਜਾ ਸਕਦੇ ਹਾਂ, ਕਿਉਂਕਿ ਆਰਟੀਕਲ 32 ਹੈ ਜਿਹੜਾ ਇਹਨੂੰ ਕੀ ਕਿਹਾ ਜਾਂਦਾ? ਕਨਸਟੀਟਿਊਸ਼ਨਲ ਰੈਮੀਡੀਜ਼। ਠੀਕ ਹੈ, ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਇਹਨੂੰ ਕਿਹਾ ਜਾਂਦਾ। ਕਿਹਨੇ ਕਿਹਾ? BR ਅੰਬੇਦਕਰ ਨੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਰਟੀਕਲ 17 ਆਪਣਾ ਅਨਟਚੇਬਿਲਿਟੀ ਦੇ ਨਾਲ ਹੈ। ਠੀਕ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਪਾਂ ਇੱਕ ਕੁਐਸਚਨ ਕਵਰ ਨਹੀਂ ਕਰਦੇ, ਇੱਕ ਦੇ ਨਾਲ ਆਪਾਂ 3-3 4-4 ਕੁਐਸਚਨ ਕਵਰ ਕਰਨੇ ਆ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ? ਹੂ ਅਪੁਆਇੰਟਸ ਦੀ ਜੱਜਸ ਆਫ ਸੁਪਰੀਮ ਕੋਰਟ? ਪਾਰਲੀਮੈਂਟ, ਪ੍ਰਧਾਨ ਮੰਤਰੀ, ਗਵਰਨਰ ਜਾਂ ਰਾਸ਼ਟਰਪਤੀ? ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਡਾਇਰੈਕਟ ਕੁਐਸਚਨ ਹੀ ਆਉਂਦਾ ਹੁੰਦਾ। ਠੀਕ ਹੈ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 4, ਰਾਸ਼ਟਰਪਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੁਪਰੀਮ ਕੋਰਟ ਕਿਹੜੇ ਮਾਮਲਿਆਂ ਉੱਤੇ ਆਪਣਾ ਫੈਸਲਾ ਸੁਣਾ ਸਕਦੇ? ਸੁਪਰੀਮ ਕੋਰਟ ਵਿਲ ਗਿਵ ਹਿਜ਼ ਡਿਸੀਜਨ ਔਨ ਵਿਚ ਕੇਸਿਸ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਫੰਡਾਮੈਂਟਲ ਰਾਈਟਸ, ਲੀਗਲ ਰਾਈਟਸ, ਬੋਥ 1 and 2 ਜਾਂ ਨਨ ਆਫ ਦੀ ਅਬਵ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 1, ਓਨਲੀ ਫੰਡਾਮੈਂਟਲ ਰਾਈਟਸ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾ ਸਕਦੀ ਹੈ। ਲੀਗਲ ਰਾਈਟਸ ਦੇ ਉੱਤੇ ਫੈਸਲਾ ਨਹੀਂ ਸੁਣਾ ਸਕਦੀ। ਠੀਕ ਹੈ, ਫੰਡਾਮੈਂਟਲ ਰਾਈਟ ਪਲੱਸ ਲੀਗਲ ਰਾਈਟਸ ਦੇ ਉੱਤੇ ਕੌਣ ਫੈਸਲਾ ਸੁਣਾਉਂਦਾ? ਫਿਰ ਉਹ ਹਾਈ ਕੋਰਟ ਸੁਣਾ ਸਕਦੀ ਹੈ। ਬਟ ਸੁਪਰੀਮ ਕੋਰਟ ਓਨਲੀ ਫੰਡਾਮੈਂਟਲ ਰਾਈਟਸ ਦੇ ਕੇਸ ਦੇ ਵਿੱਚ ਫੈਸਲਾ ਸੁਣਾ ਸਕਦੀ ਹੈ। ਤੁਸੀਂ ਯਾਦ ਰੱਖਣਾ। ਅਤੇ ਇਹਦਾ ਆਨਸਰ ਨੰਬਰ 1 ਹੈ ਜਿਹੜਾ ਉਹ ਇਹਦਾ ਆਨਸਰ ਆਉਣਾ, ਆਨਸਰ ਨੰਬਰ 1। ਠੀਕ ਹੈ, ਤਾਂ ਇਹ ਤੁਹਾਨੂੰ ਇਹੋ ਜਿਹੇ ਆਪਸ਼ਨ ਆਉਣਗੇ ਕਨਫਿਊਜ਼ ਕਰਨ ਦੇ ਲਈ, ਬੋਥ 1 and 2। ਠੀਕ ਹੈ, ਤਾਂ ਜ਼ਿਆਦਾਤਰ ਜਿਹੜੇ ਸਟੂਡੈਂਟ ਆ ਉਹ ਬੋਥ 1 and 2 ਹੀ ਲਾ ਕੇ ਆਉਂਦੇ ਨੇ, ਬਟ ਇਹਦਾ ਫੰਡਾਮੈਂਟਲ ਰਾਈਟਸ ਆਉਣਾ ਓਨਲੀ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੰਵਿਧਾਨ ਦਾ ਰਖਵਾਲਾ ਕਿਹਨੂੰ ਕਿਹਾ ਜਾਂਦਾ? ਹੂ ਵਾਜ਼ ਦੀ ਗਾਰਜੀਅਨ ਆਫ ਇੰਡੀਅਨ ਕਨਸਟੀਟਿਊਸ਼ਨ? ਜੁਡੀਸ਼ਰੀ, ਐਗਜ਼ੈਕਟਿਵ, ਪ੍ਰੈਜ਼ੀਡੈਂਟ ਜਾਂ ਗਵਰਨਰ? ਇੱਥੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਕਿ ਇਹਦੇ ਵਿੱਚ ਸੁਪਰੀਮ ਕੋਰਟ ਤਾਂ ਆਇਆ ਨਹੀਂ। ਠੀਕ ਹੈ, ਇੱਥੇ ਆਪਣੇ ਮਾਈਂਡ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਆਪਸ਼ਨ ਦੇ ਵਿੱਚ ਸੁਪਰੀਮ ਕੋਰਟ ਤਾਂ ਕਿਤੇ ਹੈ ਨਹੀਂ। ਠੀਕ ਹੈ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੁਡੀਸ਼ਰੀ ਇਹਦਾ ਆਨਸਰ ਆਉਣਾ। ਜੁਡੀਸ਼ਰੀ ਦਾ ਮਤਲਬ ਸੁਪਰੀਮ ਕੋਰਟ, ਕਿਉਂਕਿ ਜੁਡੀਸ਼ਰੀ ਦੇ ਅੰਡਰ ਹੀ ਆ ਗਿਆ ਸੁਪਰੀਮ ਕੋਰਟ। ਠੀਕ ਹੈ, ਤਾਂ ਜੁਡੀਸ਼ਰੀ ਇਹਦਾ ਆਨਸਰ ਆਉਣਾ, ਨਾ ਕਿ ਐਗਜ਼ੈਕਟਿਵ, ਪ੍ਰੈਜ਼ੀਡੈਂਟ ਜਾਂ ਗਵਰਨਰ। ਤਾਂ ਇਹਦਾ ਆਨਸਰ ਆਉਣਾ ਜੁਡੀਸ਼ਰੀ। ਇਹਨੂੰ ਰਖਵਾਲਾ ਕਿਹਾ ਜਾਂਦਾ। ਇੱਥੇ ਸੁਪਰੀਮ ਕੋਰਟ ਵੀ ਆ ਸਕਦਾ ਤੁਹਾਨੂੰ ਆਪਸ਼ਨ ਦੇ ਵਿੱਚ। ਠੀਕ ਹੈ, ਸੁਪਰੀਮ ਕੋਰਟ ਜਾਂ ਜੁਡੀਸ਼ਰੀ ਦੋਨਾਂ 'ਚੋਂ ਇੱਕ ਕੋਈ ਵੀ ਆਵੇ ਤਾਂ ਉਹ ਇਹਦਾ ਆਨਸਰ ਹੋਊਗਾ। ਠੀਕ ਹੈ, ਜੇ ਇੱਥੇ ਸੁਪਰੀਮ ਕੋਰਟ ਹੁੰਦਾ ਤਾਂ ਇਹਦਾ ਆਨਸਰ ਹੁੰਦਾ ਸੀ ਸੁਪਰੀਮ ਕੋਰਟ, ਬਟ ਹੁਣ ਇੱਥੇ ਸੁਪਰੀਮ ਕੋਰਟ ਦੀ ਜਗ੍ਹਾ 'ਤੇ ਜੁਡੀਸ਼ਰੀ ਹੈ ਤਾਂ ਜੁਡੀਸ਼ਰੀ ਆਨਸਰ ਆਊਗਾ। ਠੀਕ ਹੈ, ਜੁਡੀਸ਼ਰੀ ਸੁਪਰੀਮ ਕੋਰਟ ਸੇਮ ਹੀ
ਸੇਮ ਹੀ ਹੈ ਮਤਲਬ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ? ਹੂ ਐਡਮਿਨਿਸਟਰ ਦੀ ਓਥ ਟੂ ਪ੍ਰੈਜ਼ੀਡੈਂਟ? ਵਾਈਸ ਪ੍ਰੈਜ਼ੀਡੈਂਟ, ਚੀਫ ਜਸਟਿਸ ਆਫ ਇੰਡੀਆ, ਗਵਰਨਰ ਜਾਂ ਪ੍ਰਾਈਮ ਮਿਨਿਸਟਰ? ਇਹੋ ਜਿਹੇ ਤੁਹਾਨੂੰ ਆਪਸ਼ਨ ਆਉਣਗੇ ਜਿਹੜੇ ਤੁਹਾਨੂੰ ਬਿਲਕੁਲ ਕਨਫਿਊਜ਼ ਕਰ ਦੇਣਗੇ, ਕਿਉਂਕਿ ਜ਼ਿਆਦਾਤਰ ਇੱਥੇ ਸਟੂਡੈਂਟ ਵਾਈਸ ਪ੍ਰੈਜ਼ੀਡੈਂਟ ਲਾ ਕੇ ਆਉਣਗੇ, ਠੀਕ ਹੈ। ਸਹੁੰ ਕੌਣ ਚੁਕਾਉਂਦਾ? ਇੱਥੇ ਜੇ ਤੁਹਾਨੂੰ ਰੈਜ਼ੀਗਨੇਸ਼ਨ ਆਵੇ ਤਾਂ ਰੈਜ਼ੀਗਨੇਸ਼ਨ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਦਿੰਦਾ, ਜਿਹੜਾ ਰਾਸ਼ਟਰਪਤੀ ਹੈ, ਠੀਕ ਹੈ, ਅਤੇ ਵਾਈਸ ਪ੍ਰੈਜ਼ੀਡੈਂਟ ਨੂੰ ਦਿੰਦਾ। ਬਟ ਜਿਹੜਾ ਸਹੁੰ ਚੁਕਾਉਂਦਾ ਉਹ ਚੁਕਾਉਂਦਾ ਚੀਫ ਜਸਟਿਸ ਆਫ ਇੰਡੀਆ। ਤੁਹਾਨੂੰ ਪਤਾ ਹੋਣਾ ਚਾਹੀਦਾ ਆਰਟੀਕਲ 60 ਦੇ ਵਿੱਚ ਇਹ ਲਿਖਿਆ ਹੋਇਆ ਹੈ, ਜਿਹੜਾ ਇਹਦੀ ਓਥ ਦੇ ਬਾਰੇ ਲਿਖਿਆ ਹੋਇਆ ਪ੍ਰੈਜ਼ੀਡੈਂਟ ਦੀ ਬਾਰੇ, ਆਰਟੀਕਲ 60, ਠੀਕ ਹੈ। ਤਾਂ ਇਹ ਆਪਾਂ ਪ੍ਰੈਜ਼ੀਡੈਂਟ ਵਾਲੇ ਲੈਕਚਰ ਦੇ ਵਿੱਚ ਕਵਰ ਕਰਕੇ ਗਏ ਹਾਂ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਚੀਫ ਜਸਟਿਸ ਆਫ ਇੰਡੀਆ ਨੂੰ ਸਹੁੰ ਚੁਕਾਉਂਦਾ, ਇਹ ਤੁਹਾਨੂੰ ਪਤਾ। ਚੀਫ ਜਸਟਿਸ ਆਫ ਇੰਡੀਆ ਜਿਹੜਾ ਆਪਣਾ ਸੀਨੀਅਰ ਜੱਜ ਹੁੰਦਾ ਹੈਗਾ ਸੁਪਰੀਮ ਕੋਰਟ ਦਾ, ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ 49th, ਮਤਲਬ 49ਵੇਂ ਜਿਹੜੇ ਚੀਫ ਜਸਟਿਸ ਹੈ ਉਹਨਾਂ ਦਾ ਨਾਮ ਦੱਸਣਾ ਤੁਸੀਂ। DY ਚੰਦਰਚੂੜ, UU ਲਲਿਤ, VP ਸਿੰਘ ਬਦਨੌਰ ਜਾਂ M ਵੈਂਕਈਆ ਨਾਇਡੂ? ਤਾਂ ਇਹ ਮੈਂ ਤੁਹਾਨੂੰ ਸਲਾਈਡ ਦੇ ਵਿੱਚ ਕਰਵਾ ਕੇ ਗਿਆ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਉਣਾ ਹੈਗਾ, UU ਲਲਿਤ, ਉਦੈ ਉਮੇਸ਼ ਲਲਿਤ, ਠੀਕ ਹੈ ਜੀ। ਤਾਂ ਹੁਣ ਜਿਹੜੇ ਪ੍ਰੈਜ਼ੈਂਟ ਨੇ ਉਹ ਨੇ DY ਚੰਦਰਚੂੜ। ਇਹਦਾ ਜੇ ਤੁਹਾਨੂੰ ਪ੍ਰੈਜ਼ੈਂਟ ਆਵੇ ਤਾਂ DY ਚੰਦਰਚੂੜ, ਬਟ ਇਹਨਾਂ ਨੇ 49ਵੇਂ ਪੁੱਛਿਆ ਤਾਂ ਉਹਨੇ UU ਲਲਿਤ, ਠੀਕ ਹੈ ਜੀ, ਉਦੈ ਉਮੇਸ਼ ਲਲਿਤ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ, ਸੁਪਰੀਮ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਦੀ ਉਮਰ ਕਿੰਨੀ ਹੁੰਦੀ ਹੈ? ਇਹ ਕੁਐਸਚਨ ਬਹੁਤ ਆਉਂਦੇ ਨੇ, ਬਹੁਤ ਇੰਪੋਰਟੈਂਟ ਨੇ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਵਾਟ ਇਜ਼ ਦੀ ਰਿਟਾਇਰਮੈਂਟ ਏਜ ਆਫ ਦੀ ਜੱਜ ਆਫ ਸੁਪਰੀਮ ਕੋਰਟ? 62 ਸਾਲ, 65 ਸਾਲ, 72 ਸਾਲ ਜਾਂ ਕੋਈ ਨਹੀਂ, ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, 65 ਸਾਲ ਦੀ ਉਮਰ ਹੁੰਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਅੱਜ ਦਾ ਜਿਹੜਾ ਸੈਸ਼ਨ ਹੈ ਉਹ ਆਪਣਾ ਕੰਪਲੀਟ ਹੋ ਗਿਆ। ਵੀਡੀਓ ਨੂੰ 2-3 ਵਾਰ ਦੇਖ ਲਿਓ, ਕਿਉਂਕਿ ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਹੈ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ, ਬਹੁਤ ਇੰਪੋਰਟੈਂਟ ਟੌਪਿਕ ਹੈ ਇਹ, ਠੀਕ ਹੈ। ਤਾਂ ਵੀਡੀਓ ਨੂੰ 2-3 ਵਾਰ ਦੇਖਿਓ ਤਾਂ ਕਿ ਤੁਹਾਡੀ ਰਿਵੀਜ਼ਨ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਹੋ ਸਕੇ। ਅਤੇ ਨੋਟਸ ਆਪਣੇ ਨਾਲ ਨਾਲ ਤਿਆਰ ਕਰਦੇ ਰਹੋ, ਠੀਕ ਹੈ। ਨੋਟਸ ਜੇ ਤੁਸੀਂ ਖੁਦ ਬਣਾਓਗੇ ਤਾਂ ਤੁਹਾਡੇ ਵਧੀਆ ਤਰੀਕੇ ਨਾਲ ਤੁਹਾਡੀ ਤਿਆਰੀ ਹੋਊਗੀ, ਠੀਕ ਹੈ। ਤਾਂ ਚੈਨਲ ਦੇ ਨਾਲ ਜੁੜੇ ਰਹੋ, ਕਿਉਂਕਿ ਬਹੁਤ ਵਧੀਆ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਅਤੇ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।